ਕਿਉਂ ਦਾ ਐਂਸਰ ਵੈਸੇ ਤਾਂ ਸਾਡਾ ਹਰ ਐਂਸਰ ਹੀ ਗੁਰੂ ਗ੍ਰੰਥ ਸਾਹਿਬ ਤੋਂ ਸ਼ੁਰੂ ਹੁੰਦਾ, ਫਿਰ ਅਸੀਂ ਇਤਿਹਾਸਿਕ ਦੌਰ ਵਿੱਚ ਦੇਖਦੇ ਹਾਂ ਉਹਦੇ ਜਿਹਨੂੰ ਅਸੀਂ ਕਹਿੰਦੇ ਹਿਸਟੋਰੀਕਲ ਪ੍ਰੈਸੀਡੈਂਟਸ ਕੀ ਬਣੇ। ਕਿਸੇ ਕੰਟਰੀ, ਕਿਸੇ ਦੇਸ਼, ਕਿਸੇ ਸੰਸਥਾ ਵਿੱਚ ਦੇਖਿਆ ਜਾਵੇ ਪ੍ਰੈਸੀਡੈਂਟਸ ਦੀ ਗੱਲ ਆਉਂਦੀ ਆ। ਸਾਡੇ ਲਈ ਉਹ ਸ਼ੁਰੂ ਹੁੰਦਾ ਮੈਨੀਫੈਸਟੋ ਦੇ ਲੈਵਲ 'ਤੇ, ਆਈਡੀਆ ਦੇ ਲੈਵਲ 'ਤੇ ਗੁਰੂ ਗ੍ਰੰਥ ਸਾਹਿਬ 'ਚ ਹੀ। ਇੱਥੇ ਕੁਐਸਚਨ ਇਹ ਉੱਠੂਗਾ ਕਿ ਅਕਾਲ ਤਖ਼ਤ ਨੂੰ ਸਮਝਣ ਲਈ ਸਾਨੂੰ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਸਮਝਣਾ ਜ਼ਰੂਰੀ ਆ। ਅਦਰਵਾਈਜ਼ ਅਸੀਂ ਕਿੰਤੂ ਪਰੰਤੂ ਅਕਾਲ ਤਖ਼ਤ 'ਤੇ ਵੀ ਕਰਦੇ ਰਹਾਂਗੇ ਐਜ਼ ਕਿਸ ਤਰ੍ਹਾਂ ਦਾ ਹੋਵੇ। ਉੱਥੇ ਸੱਤੇ ਬਲਵੰਤ ਉਹਨਾਂ ਦੀ ਵਾਰ ਵਿੱਚ ਬੜਾ ਕਲੀਅਰਲੀ ਆਇਆ ਕਿ ਗੁਰੂ ਨਾਨਕ ਸਾਹਿਬ ਇਸ ਧਰਤੀ 'ਤੇ ਕੀ ਕਰਨ ਆਏ ਸੀ। ਇਹ ਤੁਹਾਡੀ ਅਤੇ ਮੇਰੀ ਡਿਬੇਟ ਬਣ ਗਈ ਅੱਜ, ਅਤੇ ਯੂਨੀਵਰਸਿਟੀ ਵਾਲੇ ਵੀ ਕਰ ਰਹੇ ਨੇ। ਫਿਰ ਆਪਾਂ ਕਹਿੰਦੇ ਹਾਂ ਕਿ ਇਹ ਮਾਡਰਨਿਜ਼ਮ ਦੇ ਪਰਸਪੈਕਟਿਵ ਤੋਂ ਉਹਨੂੰ ਕਿਵੇਂ ਬੋਲਣਾ, ਕੋਈ ਲੈਫਟਿਸਟ ਪਰਸਪੈਕਟਿਵ ਵੀ ਦੱਸ ਰਿਹਾ, ਕੋਈ ਪੰਜਾਬ ਪੋਲੀਟਿਕਸ ਦੇ ਪਰਸਪੈਕਟਿਵ ਤੋਂ ਵੀ ਦੱਸ ਰਿਹਾ, ਕੋਈ ਰਿਫੋਰਮਰ ਹੀ ਬਣਾਈ ਜਾ ਰਿਹਾ ਗੁਰੂ ਨਾਨਕ ਸਾਹਿਬ ਨੂੰ। ਜਿਵੇਂ ਮੈਂ ਹੁਣੇ ਪਿਛਲੇ 10 ਦਿਨਾਂ ਵਿੱਚ ਵੀ ਮੈਂ ਸੈਮੀਨਾਰ 'ਚ ਦੇਖਿਆ ਕੀ ਹੋ ਰਿਹਾ ਦਿੱਲੀ ਵਿੱਚ ਵੀ। ਬਟ ਸੱਤੇ ਬਲਵੰਤ ਹੁਣੀ ਦੱਸ ਰਹੇ ਨੇ ਵੀ ਮਸਟ ਅੰਡਰਸਟੈਂਡ ਕਿ ਗੁਰੂ ਨਾਨਕ ਸਾਹਿਬ ਦਾ ਪਰਪਸ ਕੀ ਸੀ। ਉੱਥੇ ਲਿਖਿਆ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਵ ਦੇ, ਕਿ ਇੱਕ ਨਵੇਂ ਕਿਸਮ ਦਾ ਰਾਜ ਚਲਾਇਆ। ਪ੍ਰੈਜ਼ੈਂਟ ਕੰਟੀਨਿਊਅਸ ਹੈਗਾ ਇਹ, ਗ੍ਰਾਮੈਟਿਕਲੀ ਸਪੀਕਿੰਗ। ਇਨੀਸ਼ੀਏਟ ਕਰਤਾ, ਇੱਕ ਕਾਇਮ ਨਹੀਂ ਕੀਤਾ ਜਾਂ ਇੱਕ ਖ਼ਤਮ ਨਹੀਂ ਕੀਤਾ। ਇਹ ਕਨਵਰਸੇਸ਼ਨ ਸਮਝਣੀ ਪੈਣੀ ਹੈ ਸਾਨੂੰ। ਚਲਾਇਆ ਇਜ਼ ਪ੍ਰੈਜ਼ੈਂਟ ਕੰਟੀਨਿਊਅਸ। ਉਹ ਚਲਾਇਆ ਸੱਚ ਦੀ ਨੀਂਵ 'ਤੇ, ਅਤੇ ਉਹਦੇ ਉੱਤੇ ਇੱਕ ਕਿਲ੍ਹਾ ਉਸਾਰਿਆ ਗਿਆ ਅਤੇ ਆਪਣੇ ਜੀਂਦੇ ਜੀ ਕੀਤਾ। ਅਤੇ ਜਿਹਨੂੰ ਅੱਜ ਦੀ ਵੋਕੈਬਲਰੀ ਵਿੱਚ ਕਿਹਾ ਜਾਂਦਾ ਕਿ ਸਕਸੈਸ਼ਨ ਪਲਾਨ ਵੀ ਡਿਵੈਲਪ ਕਰਕੇ ਦਿੱਤਾ ਆਪਣੇ ਜੀਂਦੇ ਜੀ। ਉਸੇ ਵਾਰ ਵਿੱਚ ਆ ਰਿਹਾ, ਉਸੇ ਪੌੜੀ ਵਿੱਚ, ਕਿ ਗੁਰੂ ਅੰਗਦ ਨੂੰ ਥਾਪਤਾ ਸੀ ਇਹ ਕੰਮ ਅੱਗੇ ਤੋਰਨ ਦੇ ਲਈ। ਅਤੇ ਦਿੱਤਾ ਕੀ ਸੀ ਨਾਲ? ਦਇਆ ਗੁਣ। ਸਿਰਫ ਇੱਕ ਚੀਜ਼ ਦਿੱਤੀ ਆ, ਡਿਵਾਈਨ ਕੁਆਲਿਟੀਜ਼। ਇਹ ਵੈਰੀ ਇੰਪੋਰਟੈਂਟ ਪਰਸਪੈਕਟਿਵ ਹੈਗਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਆਇਆ ਹੋਇਆ। ਹੁਣ ਇਹਨੂੰ ਅਕਾਲ ਤਖ਼ਤ ਸਾਹਿਬ ਨਾਲ ਜੋੜਦੇ ਹਾਂ। ਜੇ ਗੁਰੂ ਨਾਨਕ ਸਾਹਿਬ ਦਾ ਪਰਪਸ ਅਕੋਰਡਿੰਗ ਟੂ ਗੁਰੂ ਗ੍ਰੰਥ ਸਾਹਿਬ, ਨਾਟ ਸੈਕੰਡਰੀ ਟੈਕਸਟ, ਇੱਕ ਰਾਜ ਕੀ ਹੁੰਦਾ, ਇੱਕ ਪਰਟੀਕੂਲਰ ਪੋਲਿਸੀਜ਼ ਮਿਨੀਮਮ ਲੈਵਲ 'ਤੇ ਹੁੰਦੀਆਂ ਨੇ ਰਾਜ ਦੇ ਐਂਗਲ ਦੇ ਵਿੱਚ। ਅਤੇ ਰਾਜ ਦਾ ਇੱਕ ਹਾਈਐਸਟ ਲੈਵਲ ਦਾ ਰੂਪ ਜਿਹਨੂੰ ਅਸੀਂ ਰਿਪਬਲਿਕ ਜਾਂ ਕੰਟਰੀ ਜਾਂ ਨੇਸ਼ਨ ਸਟੇਟ ਜਾਂ ਉਸ ਤਰ੍ਹਾਂ ਦੀਆਂ ਗੱਲਾਂ ਕਹਿ ਸਕਦੇ ਹਾਂ। ਲਫ਼ਜ਼ਾਂ ਦਾ ਫਰਕ ਆ, ਬਟ ਕੁਛ ਉਸ ਤਰ੍ਹਾਂ ਦੇ ਢਾਂਚੇ ਨੂੰ ਵੀ ਰਾਜ ਕਿਹਾ ਜਾਂਦਾ, ਜਿਵੇਂ ਬ੍ਰਿਟਿਸ਼ ਰਾਜ, ਬੰਦਾ ਬਹਾਦਰ ਦਾ ਰਾਜ। ਰਾਜ ਦਾ ਮਿਨੀਮਮ ਮਤਲਬ ਹੈਗਾ ਪੋਲਿਸੀਜ਼ ਤੋਂ, ਐਕਨੋਮਿਕ ਅਤੇ ਪੋਲੀਟੀਕਲ ਪੋਲਿਸੀਜ਼ ਕੀ ਨੇ, ਉਸ ਤਰ੍ਹਾਂ ਦੀਆਂ ਗੱਲਾਂ ਤੋਂ। ਅਤੇ ਉਹ ਸਿੱਖਾਂ ਦੇ ਵਿੱਚ, ਸਿੱਖ ਹਿਸਟਰੀ ਦੇ ਵਿੱਚ ਸਰਕੂਲਰ ਹੈਗਾ। ਸਿੱਖਾਂ ਦਾ ਕਦੇ ਨੇਸ਼ਨ ਸਟੇਟ ਰਿਹਾ ਵੀ ਆ ਜਾਂ ਰਿਪਬਲਿਕ ਰਿਹਾ ਵੀ ਆ ਅਤੇ ਨਹੀਂ ਵੀ ਰਿਹਾ, ਬਟ ਪੋਲਿਸੀ ਮੇਕਿੰਗ ਪ੍ਰਤੀ ਆਪਣੀ ਜ਼ਿੰਮੇਵਾਰੀ ਲਗਾਤਾਰ ਅਸੀਂ ਨਿਭਾਉਂਦੇ ਰਹੇ ਹਾਂ। ਉਹਨੂੰ ਕਾਊਂਟਰ ਕਰਨਾ ਜਾਂ ਨਵੀਆਂ ਦੇਣੀਆਂ, ਅਤੇ ਡਿਫਰੈਂਟ ਕੰਟਰੀਜ਼ ਵਿੱਚ ਜਾ ਕੇ ਵੀ ਅਸੀਂ ਇਹ ਕਰਦੇ ਰਹੇ ਹਾਂ। ਅਮਰੀਕਾ ਦੇ ਵਿੱਚ ਵੀ ਜਦ ਪਹਿਲੀ ਵਾਰੀ ਨੌਨ ਵਾਈਟ ਨੇ ਸਿਟੀਜ਼ਨ ਬਣਨਾ ਸੀ, ਉਹ ਵੀ ਇੱਕ ਸਿੱਖ ਕੇਸ ਲੜਿਆ, 2 ਵਾਰੀ ਹਾਰਿਆ, ਤੀਸਰੀ ਵਾਰ ਜਿੱਤ ਕੇ ਉਹ ਸਿਟੀਜ਼ਨ ਬਣਿਆ। ਫਰਸਟ ਨੌਨ ਵਾਈਟ ਟੂ ਬਿਕਮ ਅ ਸਿਟੀਜ਼ਨ ਆਫ ਅਮਰੀਕਾ। ਮੈਂ ਜਾਣ ਕੇ ਇਹ ਗੱਲ ਦੱਸ ਰਿਹਾ ਕਿਉਂਕਿ ਇਹ ਸਾਡੇ ਸਿਸਟਮ ਵਿੱਚ ਆ ਗਿਆ ਸੀ ਕਿ ਅਸੀਂ ਪੋਲਿਸੀਜ਼ ਨੂੰ ਨਹੀਂ ਮੰਨਦੇ। ਜੇ ਉਹ ਇਲੀਗਲ ਅੱਜ ਹੈਗੀ ਆ ਤਾਂ ਅਸੀਂ ਉਹਨੂੰ ਕੱਲ੍ਹ ਨੂੰ ਲੀਗਲ ਕਿਵੇਂ ਕਰਾਉਣਾ, ਇਹਦੇ ਵੱਲ ਜਾਣਾ। ਸੋ ਰਾਜ ਦਾ ਮਿਨੀਮਮ ਮੀਨਿੰਗ ਇਹ ਆ, ਮੈਕਸੀਮਮ ਮੀਨਿੰਗ ਉਹ ਵੀ ਹੋ ਸਕਦਾ ਜਿਹਨੂੰ ਅਸੀਂ ਅੱਜ ਕੱਲ੍ਹ ਰਿਪਬਲਿਕ ਜਾਂ ਸਟੇਟਸ ਕਹਿ ਦਿੰਦੇ ਹਾਂ। ਸੋ ਗੁਰੂ ਨਾਨਕ ਸਾਹਿਬ ਦਾ ਪਰਪਸ ਜੇ ਇਹ ਆ, ਉੱਥੇ ਫਿਰ ਗੁਰੂ ਅਮਰਦਾਸ ਪਾਤਸ਼ਾਹ ਦੀ ਵਿਜ਼ਨ ਆ ਗਈ ਗੁਰੂ ਗ੍ਰੰਥ ਸਾਹਿਬ 'ਚ ਹੀ। ਟੂ ਡੂ ਦਿਸ ਇੱਕ ਬਲੂ ਪ੍ਰਿੰਟ ਤਿਆਰ ਹੋਇਆ। ਉਹ ਬਲੂ ਪ੍ਰਿੰਟ ਦੇ ਵਿੱਚ ਫਿਰ ਇਮੈਜੀਨੇਸ਼ਨ ਕ੍ਰੀਏਟ, ਪਹਿਲਾਂ ਇਮੈਜੀਨੇਸ਼ਨ ਕੀਤੀ ਜਾਂਦੀ ਹੈ। ਉਹ ਇਮੈਜੀਨੇਸ਼ਨ 'ਚ ਆਇਆ ਕਿ ਜਿਹੜਾ ਤੇਰਾ ਤਖ਼ਤ ਆ ਅਤੇ ਜਿਹੜਾ ਦਰਬਾਰ ਆ ਉਹ ਵੱਡਾ ਅਤੇ ਸੱਚਾ ਚਾਹੀਦਾ, ਕਿਉਂਕਿ ਦੇਖ ਰਹੇ ਨੇ ਗੁਰੂ ਸਾਹਿਬਾਨ ਕਿ ਕਿਸ ਤਰ੍ਹਾਂ ਦੇ ਦਰਬਾਰ ਲੱਗ ਰਹੇ ਨੇ ਅਤੇ ਕਿਸ ਤਰ੍ਹਾਂ ਦੇ ਤਖ਼ਤ ਚੱਲ ਰਹੇ ਨੇ ਉਹਨਾਂ ਦੇ ਕੰਟੈਂਪਰੇਰੀ ਸਮਾਜ ਦੇ ਵਿੱਚ। ਐਂਡ ਗੁਰੂ ਅਮਰਦਾਸ ਪਾਤਸ਼ਾਹ ਨੇ ਜਦ ਮੰਜੀ ਸਿਸਟਮ ਸ਼ੁਰੂ ਕੀਤਾ, ਉੱਥੇ ਪਹਿਲਾਂ ਇਹ ਲਿਖਤਾ ਕਿ ਐਡਮਿਨਿਸਟ੍ਰੇਟਿਵ ਯੂਨਿਟਸ ਦੇ ਜਿਹੜੇ ਇੰਚਾਰਜ ਨੇ, ਮੰਜੀ ਘੱਟ ਤੋਂ ਘੱਟ ਐਡਮਿਨਿਸਟ੍ਰੇਟਿਵ ਯੂਨਿਟ ਸੀਗੀ, ਉਸ ਤੋਂ ਗਾਹਾਂ ਦੀ ਵੀ ਗੱਲ ਹੋ ਸਕਦੀ ਹੈ। ਉਹਨਾਂ ਦੇ ਜਿਹੜੇ ਲੀਡਰਸ ਨੇ ਉਹ ਅੱਜ ਦੇ ਨਾਲ ਜੁੜਨਗੀਆਂ ਗੱਲਾਂ ਜਥੇਦਾਰ ਵਾਲੇ ਨਾਲ, ਉਹ ਐਮਐਸਰੀਜ਼ ਨੇ ਉਹਨਾਂ ਦੇ। ਤੁਸੀਂ ਕਹੋ ਉਹਨਾਂ ਦੀਆਂ 24 ਐਮਬੈਸੀਜ਼ ਬਣ ਗਈਆਂ ਅੱਜ ਦੀ ਵੋਕੈਬਲਰੀ 'ਚ, ਕਿਉਂਕਿ ਉਸ ਵੇਲੇ ਨੇਸ਼ਨ ਸਟੇਟ ਦਾ ਇਹ ਆਈਡੀਆ ਨਹੀਂ ਸੀ। ਅਤੇ ਉਹਦਾ ਇੰਚਾਰਜ ਇੱਕ ਵਿਮਨ ਬਣਾਤੀ ਕਾਬੁਲ ਦੀ। ਇਹ ਵੀ ਸਮਝਣਾ ਪਊ, ਜਦ ਅੱਜ ਕੱਲ੍ਹ ਅਸੀਂ ਨਹੀਂ ਇਨਵੋਲਵ ਕਰਦੇ ਵਿਮਨ ਨੂੰ ਅਤੇ ਅਸੀਂ ਕਈ ਕਲਚਰਲ ਪ੍ਰੋਬਲਮ ਸਾਈਟ ਕਰ ਦਿੰਦੇ ਹਾਂ, ਗੁਰੂ ਅਮਰਦਾਸ ਪਾਤਸ਼ਾਹ ਨੇ ਨਹੀਂ ਸਾਈਟ ਕੀਤੀਆਂ। ਜੇ ਤੁਸੀਂ ਕਿਸੇ ਚੀਜ਼ ਨੂੰ ਚੇਂਜ ਕਰਨਾ, ਫਿਰ ਉਹ ਡੈਕਲੇਰੇਸ਼ਨ ਨਹੀਂ ਹੁੰਦੀ, ਉਹ ਮੈਂਡੇਟ ਬਣ ਜਾਂਦਾ। ਮੈਂਡੇਟ ਦਾ ਮਤਲਬ ਹੁਣ ਆਪਸ਼ਨ ਨਹੀਂ ਹੈ, ਇਹ ਕਰਨਾ ਹੀ ਕਰਨਾ। ਉਹ ਮੈਂਡੇਟ ਕਰਦਾ। 3 ਜਾਂ 4 ਹਿਸਟੋਰੀਕਲੀ ਮੰਨੀਆਂ ਜਾਂਦੀਆਂ ਨੇ ਕਿ ਬੀਬੀਆਂ ਸੀਗੀਆਂ 1600 ਤੋਂ ਪਹਿਲਾਂ ਹੀ ਬਣਾਤੀਆਂ, ਜਿਹੜੀਆਂ ਐਮਐਸਰੀਜ਼ ਨੇ ਸਾਡੀਆਂ ਐਡਮਿਨਿਸਟ੍ਰੇਟਿਵ ਹੈਡਸ। ਸੋ ਉਹ ਕਿਉਂਕਿ ਐਨਵਿਜ਼ਨਿੰਗ ਹੋਈ ਗੁਰੂ ਗ੍ਰੰਥ ਸਾਹਿਬ 'ਚ, ਉਹ ਐਨਵਿਜ਼ਨਿੰਗ ਸੀਗੀ ਸੱਚਾ ਤੇਰਾ ਤੁਧ ਤਖ਼ਤ, ਵੱਡਾ ਤੇਰਾ ਦਰਬਾਰ। ਉਹਨੂੰ ਫਿਰ ਫਿਜ਼ੀਕਲ ਮੈਨੀਫੈਸਟੇਸ਼ਨ ਦੇ ਵਿੱਚ ਤੁਹਾਨੂੰ ਪਤਾ ਜਦ ਸੈਂਟਰ ਬਣ ਗਿਆ ਗੁਰੂ ਦਰਬਾਰ ਸਾਹਿਬ ਏਰੀਏ ਦਾ,
ਹਰਮੰਦਰ ਸਾਹਿਬ ਕੰਪਲੈਕਸ ਅੱਜ ਅਸੀਂ ਉਹਨੂੰ ਕਹਾਂਗੇ, ਗੋਲਡਨ ਟੈਂਪਲ ਕੰਪਲੈਕਸ ਕਰਕੇ ਅਸੀਂ ਕੁਝ ਹੋਰ ਬਣਾਤਾ ਉਹਨੂੰ। ਫਿਰ ਉਸ ਨਜ਼ਰੀਏ ਤੋਂ ਹੀ ਇਕੱਲਾ ਦੇਖਦੇ ਹਾਂ ਕਿ ਉਹ ਸਿਰਫ ਆਉਣ ਜਾਣ ਲਈ ਆ, ਟੂਰਿਸਟ ਸਪੌਟ ਬਣਾਤਾ ਜੋ ਹੋ ਰਿਹਾ। ਹਰਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਜਦੋਂ ਬਣ ਗਿਆ ਸਾਡਾ ਸੈਂਟਰ, ਸਾਡਾ ਕੌਨਸਟੀਟਿਊਸ਼ਨ ਵੀ ਤਿਆਰ ਹੋ ਗਿਆ। ਇਹ ਗੱਲ ਖਿਆਲ ਰੱਖਿਓ, ਜੇ ਅਸੀਂ ਵੈਸਟਰਨ ਐਂਗਲ ਤੋਂ ਵੀ ਦੇਖਣਾ ਸਮਝਣ ਦੇ ਲਈ, ਜਦ ਐਨਵਿਜ਼ਨਿੰਗ ਹੋ ਜਾਂਦੀ ਆ, ਜਦ ਤੁਹਾਡੇ ਕੌਨਸਟੀਟਿਊਸ਼ਨ ਆ ਜਾਂਦੇ ਨੇ, ਫਿਰ ਕੈਪੀਟਲ ਦੀ ਗੱਲ ਹੁੰਦੀ ਹੈ। ਕੈਪੀਟਲ ਵਿਦ ਐਨ ਓ, ਅੰਗਰੇਜ਼ੀ ਵਿੱਚ ਕੈਪੀਟਲ ਏ ਨਾਲ ਲਿਖਦੇ ਆ, ਉਹ ਸ਼ਹਿਰ ਹੁੰਦਾ। ਉਹ ਵਾਲਾ ਜਿਹੜਾ ਹੁੰਦਾ ਉਹ ਬਿਲਡਿੰਗ ਹੁੰਦੀ ਹੈ ਜਿੱਥੋਂ ਹੁਣ ਇਹ ਸਾਰੀਆਂ ਚੀਜ਼ਾਂ ਦੀ ਕਾਰਵਾਈ ਚੱਲੂਗੀ। ਸੋ ਜਦ ਤੁਹਾਡਾ ਕੌਨਸਟੀਟਿਊਸ਼ਨ ਹੋ ਗਿਆ, ਤੁਹਾਡੀ ਐਨਵਿਜ਼ਨਿੰਗ ਹੋ ਗਈ, ਹੁਣ ਜਿਹੜੇ ਕਾਊਂਟਰ ਕਰਨੇ ਨੇ ਸਟੇਟ ਦਾ ਨੈਰੇਟਿਵ, ਜਿਹੜਾ ਗੁਰੂ ਸਾਹਿਬ ਨੇ ਬਾਏ ਦਾ ਵੇ ਪਹਿਲਾ ਸਿਟੀ ਫਾਊਂਡ ਕਰਨ ਦਾ ਮੀਨਿੰਗ ਵੀ ਇਹ ਸੀਗਾ। ਜਦੋਂ ਉਹਨਾਂ ਡਿਕਲੇਅਰ ਕੀਤੀ ਨਾ ਕਰਤਾਰਪੁਰ ਸਾਹਿਬ ਕਿਉਂ ਬਣਾਇਆ, ਕਿਉਂਕਿ ਜੇ ਹੋਰ ਥਾਵਾਂ 'ਤੇ ਅਸੀਂ ਪੋਲਿਸੀਜ਼ ਨਹੀਂ ਚੇਂਜ ਕਰਾ ਸਕਦੇ, ਅਸੀਂ ਤਾਂ ਆਪ ਪ੍ਰੈਕਟਿਸ ਕਰੀਏ। ਦੈਟਸ ਕਰਤਾਰਪੁਰ। ਐਵਰੀ ਸਿਟੀ ਵਾਜ਼ ਦਿਸ, ਕਿ ਉੱਥੇ ਸਾਡੀਆਂ ਰਾਜ ਦੀਆਂ ਗੱਲਾਂ ਹੋਣਗੀਆਂ, ਵਿਚ ਮੀਨਸ ਕਿ ਸਾਡੀਆਂ ਪੋਲਿਸੀਜ਼ ਜੋ ਅਸੀਂ ਕਹਿ ਰਹੇ ਹਾਂ ਉਹ ਚੱਲਣਗੀਆਂ। ਸੋ ਕਿਉਂ ਅਕਾਲ ਤਖਤ ਹੋਵੇ, ਹੁਣ ਤੱਕ ਮੈਂ ਇਹ ਗੱਲ ਕਰ ਰਿਹਾ ਸੀ, ਕਿਉਂਕਿ ਜਿਹੜੀ ਐਨਵਿਜ਼ਨਿੰਗ ਗੁਰੂ ਗ੍ਰੰਥ ਸਾਹਿਬ 'ਚ ਹੋਈ ਆ, ਕਿਉਂਕਿ ਰੈਗੂਲੇਸ਼ਨਸ ਜਿਹੜੀਆਂ ਪੋਲਿਸੀਜ਼ ਨੇ ਉਹ ਕਾਊਂਟਰ ਕਿਸੇ ਹੋਰ ਦੀ ਜੂਰਿਸਡਿਕਸ਼ਨ ਵਿੱਚ ਤੁਸੀਂ ਨਹੀਂ ਕਰ ਪਾ ਰਹੇ ਹੋ, ਉਹ ਤੁਸੀਂ ਆਪਣੀ ਜੂਰਿਸਡਿਕਸ਼ਨ ਦੇ ਵਿੱਚ ਆਪਣਾ ਮੈਨੀਫੈਸਟੋ ਤਿਆਰ ਕਰਕੇ, ਆਪਣਾ ਸੈਂਟਰ ਬਣਾ ਕੇ ਹੁਣ ਉਹ ਲਾਗੂ ਕਰਾਂਗੇ। ਅਤੇ ਉਹ ਲਾਗੂ ਕਰਨ ਦੀ ਫਿਰ ਤੁਹਾਨੂੰ ਪਤਾ ਬੈਟਲਸ ਵੀ ਹੋਈਆਂ, ਬੜਾ ਕੁਛ ਹੋਇਆ, ਆਪਾਂ ਉਹਦੇ 'ਚ ਨਹੀਂ ਜਾਂਦੇ। ਬਟ ਕਿਉਂ ਕਰੀਏ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਇੱਕ ਨਵਾਂ ਵਰਲਡ ਵਿਊ ਦਿੱਤਾ। ਉਸ ਵਰਲਡ ਵਿਊ ਨੂੰ ਜੇ ਹੋਰ ਥਾਵਾਂ 'ਤੇ ਡਾਇਲੋਗ ਕਰਨ ਦੇ ਬਾਅਦ ਵੀ ਨਹੀਂ ਉਹ ਮੰਨ ਰਹੇ, ਭਾਵੇਂ ਉਹ ਜਗਨਨਾਥਪੁਰੀ ਸੀ ਅਤੇ ਭਾਵੇਂ ਉਹ ਮੱਕਾ ਸੀ, ਅਤੇ ਅਸੀਂ ਕਰਤਾਰਪੁਰ ਤੋਂ ਸ਼ੁਰੂ ਕਰਤਾ। ਜਦੋਂ ਰੀਜਨਲੀ ਸਾਡਾ ਸਿਸਟਮ ਵੱਡਾ ਹੋ ਗਿਆ, ਮੰਜੀਆਂ ਦੇ ਲੈਵਲ 'ਤੇ ਆ ਗਿਆ, ਹੁਣ ਤੁਹਾਨੂੰ ਕੋਈ ਸਿਸਟਮ ਚਾਹੀਦਾ ਕਿ ਉਹ ਸਾਰੀਆਂ ਥਾਵਾਂ 'ਤੇ ਵੀ ਇੱਕ ਇੰਸਟੀਟਿਊਸ਼ਨਲਾਈਜੇਸ਼ਨ ਉਹਦੀ ਕੀਤੀ ਜਾਵੇ। ਉਹ ਅਕਾਲ ਤਖਤ ਸਾਹਿਬ ਦਾ ਰੋਲ ਸੀ ਐਜ਼ ਆਈ ਸੀ ਇਟ। ਠੀਕ ਹੈ ਜੀ, ਗੁਰੂ ਗ੍ਰੰਥ ਸਾਹਿਬ ਦੇ ਬੇਸ 'ਤੇ। ਫਿਰ ਓਬਵੀਅਸਲੀ ਸਾਡੀ ਹਿਸਟਰੀ ਦੇ ਵਿੱਚ ਡਿਵੈਲਪ ਹੁੰਦਾ ਰਿਹਾ। ਮਿਸਲਾਂ ਵੇਲੇ ਉਹਦਾ ਆਪਣਾ ਰੂਪ ਆਇਆ। ਐਂਡ ਇੱਥੇ ਮੈਂ ਕਿਉਂ ਦਾ ਆਨਸਰ 'ਤੇ ਹੀ ਖੜਾ ਹੈਗਾ ਅਜੇ, ਕਿਉਂ ਕਰਨਾ ਅਕਾਲ ਤਖਤ ਸਾਹਿਬ ਨੂੰ, ਕਿਉਂਕਿ ਅਕਾਲ ਤਖਤ ਸਾਹਿਬ ਸਿੱਖ ਸਵਰੈਨਿਟੀ ਦਾ ਇੱਕੋ ਇੱਕ ਇੰਸਟੀਟਿਊਸ਼ਨ ਹੈ ਪੂਰੀ ਦੁਨੀਆ ਵਿੱਚ, ਜਿਹੜਾ ਕਿਸੇ ਜਥੇਬੰਦੀ ਜਾਂ ਕਿਸੇ ਵਿਆਖਿਆ ਪ੍ਰਣਾਲੀ ਜਾਂ ਕਿਸੇ ਇਲਾਕੇ ਦੇ ਸਿੱਖਾਂ ਦਾ ਨਹੀਂ ਆ। ਦਿਸ ਇਜ਼ ਦਾ ਓਨਲੀ ਇੰਸਟੀਟਿਊਸ਼ਨ। ਅੱਜ ਵੀ ਤੁਸੀਂ ਇਹਨੂੰ ਐਂ ਦੇਖਣਾ ਪਊ ਤਾਂ ਗੱਲ ਬਣੂਗੀ। SGPC ਪੰਜਾਬ ਲਈ ਹੋ ਸਕਦੀ ਆ, ਉਹ ਇੱਕ ਵੱਖਰਾ ਵਿਸ਼ੂ ਆ ਕਿ ਹੋਣੀ ਚਾਹੀਦੀ ਹੈ ਕਿ ਨਹੀਂ, ਬਟ ਪੰਜਾਬ ਜਿਵੇਂ ਹੋ ਰਹਿੰਦੀਆਂ GPCs ਹੈਗੀਆਂ, ਕਸ਼ਮੀਰ ਦੀ ਆਪਣੀ ਆ ਗੁਰਦੁਆਰਾ ਪ੍ਰਬੰਧਕ ਕਮੇਟੀ, ਅਤੇ ਇੰਡੀਆ ਦੇ ਵਿੱਚ ਵੱਖਰੇ ਸਟੇਟਸ 'ਤੇ ਕਈਆਂ ਦੇ ਪ੍ਰਤੀਨਿਧੀ ਬੋਰਡ ਬਣੇ ਹੋਏ ਨੇ। ਬਾਹਰ ਵਾਲਿਆਂ ਨੇ ਹੁਣ ਅਮਰੀਕਾ 'ਚ ਵੀ ਬਣਾ ਲਈ, ਕੈਨੇਡਾ ਵਿੱਚ ਕੋਸ਼ਿਸ਼ ਕਰ ਰਹੀ ਸੀ, ਪਾਕਿਸਤਾਨ 'ਚ ਆਪਣੀ ਬਣੀ ਹੈ, ਭਾਵੇਂ ਜਿਹੜੇ ਮਰਜ਼ੀ ਰੂਪ 'ਚ ਨੇ ਬਟ ਹੈਗੀਆਂ ਨੇ। ਸਿੰਗਾਪੁਰ ਦਾ ਸੈਂਟਰਲ ਬੋਰਡ ਆ, ਮਲੇਸ਼ੀਆ ਦਾ ਵੀ ਇਸ ਤਰ੍ਹਾਂ ਦਾ ਚੱਲ ਰਿਹਾ। ਉਹ ਅੱਜ ਦੇ ਨਹੀਂ, ਉਹ ਵੀ ਪਿਛਲੇ 80 ਅਤੇ 100 ਸਾਲਾਂ ਦੇ ਬਣੇ ਹੋਏ ਨੇ। ਬਟ ਅਕਾਲ ਤਖਤ ਸਾਹਿਬ ਗੁਰੂ ਨਾਨਕ ਸਾਹਿਬ ਦੇ ਰਾਜ ਨੂੰ ਪ੍ਰੈਜ਼ੈਂਟ ਕਰਨ ਲਈ, ਉਹਨੂੰ ਐਸਟੈਬਲਿਸ਼ ਕਰਨ ਦੇ ਲਈ, ਉਹਦੀਆਂ ਪਾਲਿਸੀ ਮੇਕਿੰਗ ਲਈ ਇੱਕੋ ਇੱਕ ਥਾਂ ਜਿਹੜੀ ਅਕਾਲ ਤਖਤ ਸਾਹਿਬ ਆ। ਇਸ ਕਰਕੇ ਅਕਾਲ ਤਖਤ ਸਾਹਿਬ ਚਾਹੀਦਾ, ਉਹਦੀ ਸਵਰੈਨਿਟੀ ਨੂੰ, ਉਸ ਆਈਡੀਆ ਦੀ ਸਵਰੈਨਿਟੀ ਨੂੰ ਮੇਨਟੇਨ ਕਰਨ ਲਈ।